ਲੜੀਵਾਰ ਕਥਾ ਰਾਗ ਸੂਹੀ ਵਿੱਚ ਕੁਚੱਜੀ ਜੋ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤਾ ਹੈ ਸ਼ਬਦ, ਉਹਦੀਆਂ ਕੁਝ ਪੰਕਤੀਆਂ ਹਾਂਜੀ ਕੱਲ ਆਪਾਂ ਵਿਚਾਰੀਆਂ ਹਨ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਵਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਇਨਾ ਰੂਪਾ ਰੰਗੁਲਾ ਮੋਤੀ ਤੈ ਮਾਣਕ ਜਿਓ। ਸੋਇਨਾ ਸੋਨਾ ਰੂਪਾ ਚਾਂਦੀ ਨੂੰ ਕਹਿੰਦੇ। ਖਾਲਸਈ ਬੋਲੇ ਵਿੱਚ ਪਿਆਜ਼ ਗੰਢੇ ਨੂੰ ਵੀ ਰੂਪਾ ਕਹਿੰਦੇ। ਚਾਂਦੀ ਰੰਗਾ ਹੁੰਦਾ ਚਮਕਦਾਰ, ਤੋ ਖਾਲਸੀ ਬੋਲੇ ਦੇ ਵਿੱਚ ਰੂਪਾ ਪਿਆਜ਼ ਨੂੰ ਵੀ ਆਖਦੇ ਹਨ, ਪਰ ਇੱਥੇ ਗੁਰਬਾਣੀ ਵਿੱਚ ਰੂਪਾ ਨਾਮ ਚਾਂਦੀ ਦਾ ਹੈ। ਸੋਨਾ ਚਾਂਦੀ ਰੰਗਲਾ, ਰੰਗਲਾ ਦਾ ਮਤਲਬ ਹੁੰਦਾ ਵੀ ਇਹ ਜਿਹੜੇ ਮਨੁੱਖ ਦੇ ਮਨ ਨੂੰ ਖੁਸ਼ੀ ਦਿੰਦੇ ਨੇ। ਇਹ ਮੋਤੀਆਂ ਮਾਣਕ ਇਹ ਖੁਸ਼ੀ ਵਾਸਤੇ ਹੀ ਹੈ ਨਾ। ਬੰਦਾ ਉਦਾਂ ਤਾਂ ਇਹ ਨਾ ਖਾਣ ਦੇ ਕੰਮ ਆਉਣ, ਕੋਈ ਇਹਦਾ ਰਸਾਇਣ ਬਣਾ ਕੇ ਭਸਮਾ ਬਣਾ ਕੇ ਖਾਵੇ ਤਾਂ ਗੱਲ ਵੱਖਰੀ ਹੈ, ਪਰ ਉਦਾਂ ਜੇ ਤਨ ਤੇ ਪਾਇਆ ਹੋਵੇ ਤੇ ਇਹਨੂੰ ਪਾ ਕੇ ਕਿਹੜਾ ਠੰਡ ਨਹੀਂ ਲੱਗਦੀ, ਬੁੱਕਲ ਤਾਂ ਨਹੀਂ ਵੱਜਦੀ ਨਾ ਇਹਦੀ। ਜਾਂ ਗਰਮੀ ਹੋਵੇ ਤੇ ਜੇ ਪਾਇਆ ਹੋਵੇ ਤਨ ਤੇ ਇਹਨੇ ਕਿਹੜਾ ਕੋਈ ਠੰਡਕ ਦੇਣੀ ਹੈ। ਸ਼ੌਂਕ ਹੀ ਹੈ ਨਾ ਬੰਦੇ ਦਾ, ਆਨੰਦ ਹੀ ਹੈ, ਖੁਸ਼ੀ ਮਿਲਦੀ ਵੀ ਮੈਂ ਸੋਨਾ ਪਾਇਆ ਚਾਂਦੀ ਪਾਈ। ਸਿੰਘ ਨੂੰ ਖੁਸ਼ੀ ਮਿਲਦੀ ਹੈ ਜਦੋਂ ਤਨ ਤੇ ਲੋਹਾ ਪਾਇਆ ਹੋਵੇ। ਵਾਹਿਗੁਰੂ ਸਰਬਲੋਹ ਦਾ ਧਾਰਨੀ ਹੋਵੇ, ਉਹਨੂੰ ਉਹਦੇ ਚੋਂ ਖੁਸ਼ੀ ਮਿਲਦੀ। ਤੋ ਇਹ ਮਨੁੱਖ ਦੇ ਮਨ ਦੇ ਵਿੱਚ ਚਾਅ ਤੇ ਖੁਸ਼ੀ ਪੈਦਾ ਕਰਨ ਵਾਲੇ ਹੁੰਦੇ। ਉਦਾਂ ਇਹਨਾਂ ਦਾ ਕੋਈ ਮਤਲਬ ਤਾਂ ਨਹੀਂ ਹੈ, ਚਾਹੇ ਉਹ ਮਾਣਕ ਨੇ ਮੋਤੀ ਨੇ। ਇੱਕ ਬੰਦੇ ਨੂੰ ਵਿਸ਼ੇਸ਼ ਬਣਾਉਣ ਵਾਸਤੇ ਵੀ ਇਹ ਰਾਜਾ ਹੈ ਬਾਦਸ਼ਾਹ ਤੇ ਉਹਦੇ ਤਨ ਦੇ ਉੱਤੇ ਜਿਹੜਾ ਮੁਕਟ ਹੈ, ਮੁਕਟ ਤੇ ਮਣੀਆਂ ਲਾ ਦਿੱਤੀਆਂ, ਮੋਤੀ ਲਾ ਦਿੱਤੇ। ਹੈ ਤਾਂ ਇੱਕ ਪ੍ਰਕਾਰ ਦੀਆਂ ਧਾਤਾਂ ਹੀ ਨੇ ਨਾ। ਕਹਿੰਦੇ ਭਾਈ ਇਹ ਸੋਨਾ ਚਾਂਦੀ ਮੋਤੀ ਤੇ ਮਾਣਕ ਇਹ ਜਿਹੜੇ ਬੰਦੇ ਦੇ ਹਿਰਦੇ ਨੂੰ ਰੰਗਲਾ ਆਨੰਦ ਦਿੰਦੇ ਹਨ। ਸੇ ਵਸਤੂ ਸਹਿ ਦਿੱਤੀਆਂ ਮੈਂ ਤਿੰਨ ਸਿਉ ਲਾਇਆ ਚਿੱਤ ਜਿਉ। ਕਹਿੰਦੇ ਸਾਰੀਆਂ ਵਸਤੂਆਂ ਸਾਨੂੰ ਉਸ ਸਹਿ ਨੇ, ਰੱਬ ਨੇ, ਪਰਮੇਸ਼ਰ ਨੇ ਦਿੱਤੀਆਂ ਨੇ ਨਾ। ਜਿਹਨੇ ਦਿੱਤੀਆਂ ਨੇ ਉਹ ਭੁੱਲ ਗਿਆ, ਤੇ ਜਿਹੜੀਆਂ ਉਹਦੀਆਂ ਦਿੱਤੀਆਂ ਹੋਈਆਂ ਇਹ ਵਸਤੂਆਂ ਨੇ ਮੈਂ ਉਹਦੇ ਨਾਲ ਆਪਣਾ ਚਿੱਤ ਲਾਈ ਬੈਠਾ। ਇਹੀ ਤਾਂ ਕੁਚੱਜਪੁਣਾ। ਵਾਹਿਗੁਰੂ ਜਿਹੜਾ ਕੁਚੱਜੀ ਕਿਹਾ ਨਾ ਉੱਤੇ ਇਹੀ ਹੈ ਨਾ ਕੁਚੱਜ। ਇਹ ਕੋਈ ਚੱਜ ਆ ਵੀ ਜਿਹਨੇ ਦਿੱਤੀ ਆ ਦਾਤ, ਇੰਨੀਆਂ ਵਸਤੂਆਂ ਦਿੱਤੀਆਂ ਨੇ, ਉਹਨੂੰ ਛੱਡ ਕੇ ਜਿਹੜੀਆਂ ਦਿੱਤੀਆਂ ਹੋਈਆਂ ਵਸਤੂਆਂ ਨੇ ਦਾਤਾਂ ਉਹਨਾਂ ਦੇ ਨਾਲ ਮੈਂ ਚਿੱਤ ਲਾਇਆ ਹੋਇਆ। ਜਿਸ ਨੇ ਦਿੱਤਾ ਉਹਦਾ ਕਦੇ ਸ਼ੁਕਰਗੁਜ਼ਾਰ ਤਾਂ ਹੋਇਆ ਨਹੀਂ, ਉਹਦੇ ਰੰਗ ਵਿੱਚ ਤਾਂ ਕਦੇ ਆਪਣੇ ਆਪ ਨੂੰ ਰੰਗਣ ਦਾ ਯਤਨ ਹੀ ਨਹੀਂ ਕੀਤਾ। ਕਹਿੰਦੇ ਜਿਸ ਸਹਿ ਨੇ, ਸਹਿ ਨਾਮ ਇੱਥੇ ਪਤੀ ਦਾ ਹੈ, ਜਿਸ ਪਤੀ ਪਰਮੇਸ਼ਵਰ ਨੇ ਇਹ ਸਾਰੀਆਂ ਦਾਤਾਂ ਦਿੱਤੀਆਂ ਨੇ, ਉਹਨਾਂ ਦੇ ਨਾਲ ਉਹਨਾਂ ਕਿਸੇ ਇਸਤਰੀ ਨੂੰ ਮੰਨ ਲਓ ਉਸ ਦੇ ਪਤੀ ਨੇ ਸੁੰਦਰ ਆਭੂਸ਼ਣ ਘੜ ਕੇ ਲਿਆ ਕੇ ਦਿੱਤੇ ਨੇ। ਹੁਣ ਉਹ ਆਭੂਸ਼ਣਾਂ ਵਾਲੀ ਆਪਣਾ ਧਿਆਨ ਰੱਖੇ, ਉਹਨਾਂ ਆਭੂਸ਼ਣਾਂ ਵਾਲੀ ਆਪਣਾ ਚਿੱਤ ਰੱਖੇ। ਜਿਸ ਪਤੀ ਨੇ ਮਿਹਨਤ ਕਰਕੇ ਸ਼ੌਂਕ ਦੇ ਨਾਲ ਉਹ ਵਸਤੂ ਲਿਆ ਕੇ ਦਿੱਤੀ ਹੈ, ਤਾਂ ਉਸ ਪਾਸੇ ਉਹਦੀ ਸੁਰਤ ਹੀ ਨਾ ਹੋਵੇ, ਧਿਆਨ ਹੀ ਨਾ ਹੋਵੇ, ਫਿਰ ਤਾਂ ਕਿਰਤ ਘਣਤਾ ਹੀ ਹੈ ਨਾ। ਤੋ ਜਿਸ ਪਤੀ ਪਰਮੇਸ਼ਰ ਨੇ ਸਾਨੂੰ ਇੰਨੀਆਂ ਦਾਤਾਂ ਦਿੱਤੀਆਂ ਨੇ, ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਨਾਲ ਲੰਪਟ ਹੋ ਕੇ ਦਾਤੇ ਨੂੰ ਜਦੋਂ ਅਸੀਂ ਭੁਲਾ ਦਿੰਦੇ ਹਾਂ ਤੇ ਫਿਰ ਅਸੀਂ ਵੀ ਤਾਂ ਕਿਰਤ ਕਹਾਣੀ ਆ ਨਾ।
ਇਸ ਧਰਤੀ ਤੇ ਅਗਰ ਸਭ ਤੋਂ ਵੱਧ ਭਾਰ ਕਿਸੇ ਸ਼ੈ ਦਾ ਹੈ ਤਾਂ ਭਾਈ ਗੁਰਦਾਸ ਜੀ ਕਹਿੰਦੇ ਉਹ ਕਿਰਤ ਕਣਾਂ ਦਾ। ਇਹ ਧਰਤੀ ਤੇ ਬੜੇ ਬੜੇ ਵੱਡੇ ਪਹਾੜ ਨੇ, ਉਹਨਾਂ ਪਹਾੜਾਂ ਦਾ ਇਹਨੂੰ ਭਾਰ ਨਹੀਂ ਲੱਗਦਾ। ਇਸ ਧਰਤੀ ਤੇ ਬੜੇ ਬੜੇ ਦਰਖਤ ਖੜੇ ਨੇ, ਇਹਨੂੰ ਦਰਖਤਾਂ ਦਾ ਵੀ ਭਾਰ ਨਹੀਂ ਹੈ। ਇਸ ਧਰਤੀ ਤੇ ਬੜੀਆਂ ਬੜੀਆਂ ਨਦੀਆਂ, ਦਰਿਆ, ਨਾਲੇ, ਸਮੁੰਦਰ ਦਾ ਪਾਣੀ ਵੀ ਇਸੇ ਧਰਤੀ ਦੇ ਉੱਤੇ ਹੀ ਹੈ ਨਾ, ਇਹਨੂੰ ਉਹਦਾ ਵੀ ਭਾਰ ਕੋਈ ਨਹੀਂ। ਵੱਡੀਆਂ ਵੱਡੀਆਂ ਇਮਾਰਤਾਂ, ਬਿਲਡਿੰਗਾਂ ਬਣੀਆਂ ਹੋਈਆਂ ਨੇ, ਇਹਨੂੰ ਉਹਦਾ ਵੀ ਭਾਰ ਨਹੀਂ ਹੈ। ਅਨੇਕਾਂ ਪ੍ਰਕਾਰ ਦੇ ਜੀ ਜੰਤ, 84 ਲੱਖ ਜੂਨੀਆਂ ਇਸ ਧਰਤੀ ਤੇ ਫਿਰਦੀਆਂ ਨੇ, ਧਰਤੀ ਨੂੰ ਉਹਦਾ ਵੀ ਭਾਰ ਨਹੀਂ ਹੈ। ਇਸ ਧਰਤੀ ਨੂੰ ਭਾਰ ਹੈ ਅਕਿਰਤ ਕਣ ਬੰਦਿਆਂ ਦਾ। ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ, ਨਾ ਤਿਸ ਭਾਰੇ ਤਰਵਰਾਂ ਫਲ ਸੁਫਲ ਫਲੰਦੇ, ਨਾ ਤਿਸ ਭਾਰੇ ਜੀ ਜੰਤ ਅਣਗਿਣਤ ਫਿਰੰਦੇ, ਨਾ ਤਿਸ ਭਾਰੇ ਸਾਇਰਾਂ ਨਦ ਵਾਹ ਵਹੰਦੇ, ਨਾ ਤਿਸ ਭਾਰੇ ਕੋਟ ਗੜ ਘਰ ਬਾਹਰ ਦਸੰਦੇ, ਭਾਰੇ ਭੋਈ ਅਕਿਰਤ ਕਣ ਮੰਦੀ ਹੋ ਮੰਦੇ। ਧਰਤੀ ਨੂੰ ਭਾਰ ਹੀ ਅਕਿਰਤ ਕਣਾਂ ਦਾ ਹੈ। ਅਗਰ ਇਸ ਪੂਰੇ ਵਿਸ਼ਵ ਭਰ ਦੇ ਵਿੱਚ ਸਭ ਤੋਂ ਵੱਧ ਅਕਿਰਤ ਕਣ ਵੇਖਣੇ ਹੋਣ, ਉਹ ਕਿਹੜੇ ਧਰਤੀ ਦੇ ਕਿਸ ਖਿੱਤੇ 'ਚ ਰਹਿੰਦੇ ਨੇ, ਤੇ ਮੇਰੇ ਖਿਆਲ ਦੇ ਮੁਤਾਬਕ, ਮੇਰੇ ਅੰਦਾਜ਼ੇ ਦੇ ਮੁਤਾਬਕ ਉਹ ਭਾਰਤ ਖੰਡ ਦੇ ਲੋਕ ਹੋਣਗੇ, ਜਿਨ੍ਹਾਂ ਨੂੰ ਸਤਿਗੁਰਾਂ ਦੀਆਂ ਦਿੱਤੀਆਂ ਕੁਰਬਾਨੀਆਂ, ਨੌਵੇਂ ਪਾਤਸ਼ਾਹ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੱਲੋਂ ਕੀਤੇ ਮਹਾਨ ਪਰ ਉਪਕਾਰ ਭੁੱਲੇ ਹੋਏ ਨੇ। ਭਾਰਤ ਖੰਡ ਦੇ ਲੋਕਾਂ ਦੇ ਭਲੇ ਲਈ ਕੀਤੇ ਨੇ ਨਾ। ਤੋ ਇਸ ਧਰਤੀ ਦੇ ਉੱਤੇ ਅਕਿਰਤ ਕਣਾਂ ਦਾ ਸਭ ਤੋਂ ਵੱਧ ਭਾਰ ਹੈ। ਇੱਥੇ ਦੱਸ ਰਹੇ ਨੇ, ਹੇ ਵਾਹਿਗੁਰੂ, ਤੁਸੀਂ ਸੋਨਾ, ਚਾਂਦੀ, ਰੂਪਾ, ਮਾਣਕ, ਮੋਤੀ, ਇਹ ਸਾਰੀਆਂ ਦਾਤਾਂ ਸਾਹਿਬ ਨੇ ਦਿੱਤੀਆਂ ਨੇ। ਜਿਸ ਸਹਿ ਨੇ ਦਿੱਤੀਆਂ ਨੇ ਉਹਨੂੰ ਛੱਡ ਕੇ ਮੈਂ ਇਹਨਾਂ ਦਾਤਾਂ ਦੇ ਨਾਲ ਆਪਣਾ ਚਿੱਤ ਲਾਈ ਬੈਠਾ ਹਾਂ। ਮੰਦਰ ਮਿੱਟੀ ਸੰਦੜੇ, ਪੱਥਰ ਕੀਤੇ ਰਾਸ ਜਿਓ। ਕਹਿੰਦੇ ਸੋਹਣੇ ਮੰਦਰ, ਮਿੱਟੀ ਦੇ ਬਣਾਏ ਹੋਏ ਮਕਾਨ, ਸੋਹਣੇ ਪੱਥਰਾਂ ਦੇ ਨਾਲ ਘਰ ਕੇ ਬਣਾਈਆਂ ਹੋਈਆਂ ਘਾੜਤਾਂ, ਇਹ ਜਿਤਨੀ ਰਾਸ ਪੂੰਜੀ ਵਗੈਰਾ ਕੀਤੀ ਹੋਈ ਹੈ। ਹਉ ਇੰਨੀ ਟੋਲੀ ਭੁੱਲੀ ਅਸ, ਤਿਸ ਕੰਤ ਨਾ ਬੈਠੀ ਪਾਸ ਜਿਓ। ਮੈਂ ਇਹਨਾਂ ਦੇ ਵਿੱਚ ਹੀ ਲੱਗ ਕੇ ਉਸ ਰੱਬ ਨੂੰ ਭੁੱਲੀ ਬੈਠੀ ਆ। ਸੋਹਣੇ ਮਹਿਲ, ਮਾੜੀਆਂ, ਮਕਾਨ, ਸੋਹਣੇ ਪੱਥਰਾਂ ਦੀਆਂ ਘੜੀਆਂ ਹੋਈਆਂ ਘਾੜਤਾਂ ਦੀਆਂ ਮੀਨਾਕਾਰੀਆਂ ਜਿਨ੍ਹਾਂ ਮਕਾਨਾਂ ਵਿੱਚ ਕੀਤੀਆਂ ਹੋਈਆਂ, ਇਹਨਾਂ ਦੇ ਵਿੱਚ ਮੈਂ ਭੁੱਲਿਆ ਹੋਇਆ ਉਸ ਰੱਬ ਨੂੰ। ਉਸ ਕੰਤ ਦੇ ਪਾਸ, ਉਸ ਵਾਹਿਗੁਰੂ ਦੇ ਪਾਸ ਕਦੇ ਬੈਠਣ ਦਾ ਯਤਨ ਹੀ ਨਹੀਂ ਕੀਤਾ। ਤਿਸ ਕੰਤ ਨਾ ਬੈਠੀ ਪਾਸ ਜੀਓ, ਜਿਹਨੇ ਸਾਰਾ ਕੁਝ ਦਿੱਤਾ ਸੀ, ਉਸ ਕੰਤਪਤੀ ਪਰਮਾਤਮਾ ਦੇ ਪਾਸ ਮੈਂ ਕਦੇ ਬੈਠੀ ਨਹੀਂ। ਪਾਤਸ਼ਾਹ ਕਹਿੰਦੇ, ਜਿਸ ਦੀ ਕਿਰਪਾ ਨਾਲ ਤੂੰ ਇਹਨਾਂ ਸੋਹਣਿਆਂ ਮੰਦਰਾਂ ਮਕਾਨਾਂ ਵਿੱਚ ਰਹਿਣਾ, ਸੱਜਣਾ ਨੂੰ ਆਪਣੇ ਮਨ ਵਿੱਚ ਧਿਆ, ਉਹਨੂੰ ਆਪਣੇ ਹਿਰਦੇ ਵਿੱਚ ਚੇਤੇ ਕਰ। ਪਰ ਕਹਿੰਦੇ ਮੈਂ ਤਾਂ ਉਹਨਾਂ ਮੰਦਰਾਂ ਮਕਾਨਾਂ ਨਾਲ ਹੀ ਆਪਣਾ ਚਿੱਤ ਲਾ ਕੇ ਉਸ ਵਾਹਿਗੁਰੂ ਨੂੰ ਭੁਲਾਈ ਬੈਠਾ। ਤੇ ਪਾਤਸ਼ਾਹ ਇਹ ਵੀ ਕਹਿੰਦੇ ਆ ਵੀ ਜਿਹੜੇ ਮੰਦਰਾਂ ਮਕਾਨਾਂ ਨਾਲ ਚਿੱਤ ਲਾ ਕੇ ਕੇਵਲ ਉਸੇ ਚਿਤਵਨੀ ਵਿੱਚ ਮਰ ਜਾਂਦੇ ਨੇ, ਮੁੱਕ ਜਾਂਦੇ ਨੇ, ਉਹਨਾਂ ਮਕਾਨਾਂ ਤੇ ਖੰਡਰਾਂ ਦੇ ਵਿੱਚ ਹੀ ਉਹ ਮੁੜ ਮੁੜ ਪ੍ਰੇਤ ਬਣ ਕੇ ਭਟਕਦੇ ਰਹਿੰਦੇ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਪ੍ਰੇਤ ਜੋਨ ਵਲ ਵਲ ਅਵਤਰੈ। ਤੇ ਹੇ ਵਾਹਿਗੁਰੂ, ਮੈਂ ਇਹਨਾਂ ਦੇ ਨਾਲ ਹੀ ਆਪਣਾ ਚਿੱਤ ਲਾ ਕੇ ਤੈਨੂੰ ਭੁਲਾਈ ਬੈਠਾ ਹਾਂ, ਔਰ ਆਪਣੇ ਕੰਤ ਵਾਹਿਗੁਰੂ ਪਤੀ ਪਰਮੇਸ਼ਰ ਦੇ ਪਾਸ ਮੈਂ ਨਹੀਂ ਬੈਠੀ। ਅੰਬਰ ਕੂੰਜਾਂ ਕੁਰਲੀਆਂ, ਬੱਗ ਬੈਠੇ ਆਏ ਜੀਓ। ਜਿਹੜੀਆਂ ਕੂੰਜਾਂ ਸਨ ਅੰਬਰ ਵਿੱਚ ਉੱਡ ਗਈਆਂ ਨੇ, ਬਗਲੇ ਆ ਕੇ ਬਹਿ ਗਏ ਨੇ। ਇਹਦਾ ਕੀ ਭਾਵ ਹੈ ਵੀ ਕਾਲੇ ਰੰਗ ਦੀਆਂ ਕੂੰਜਾਂ ਕੇਸ ਰੱਬ ਨੂੰ ਭੁਲਾਇਆ ਭੁਲਾਇਆ ਉੱਡ ਗਏ ਨੇ। ਹੁਣ ਉਹਨਾਂ ਦੀ ਥਾਂ ਤੇ ਬਗਲਿਆਂ ਵਾਂਗੂ ਚਿੱਟੇ ਕੇਸ ਧੌਲੇ ਆਉਣੇ ਸ਼ੁਰੂ ਹੋ ਗਏ ਨੇ, ਬੁਢੇਪੇ ਵਾਲੇ ਪਾਸੇ ਆਣ ਵਧੇ।
ਜਰ ਆਈ ਜੋਬਨ ਹਾਰਿਆ। ਜਦੋਂ ਬੜੇਪਾ ਆਉਂਦਾ ਉਦੋਂ ਜਵਾਨੀ ਉਹਦੇ ਅੱਗੇ ਹਾਰ ਜਾਂਦੀ ਆ, ਗੋਡੜੇ ਟੇਕ ਜਾਂਦੀ ਹੈ। ਕਹਿੰਦੇ ਉਹ ਕੇਸ ਜਿਹੜੇ ਕਾਲੇ ਸਨ, ਰੱਬ ਨੂੰ ਭੁਲਾ ਕੇ ਹੀ ਉਸ ਜਵਾਨੀ ਦੇ ਨਸ਼ੇ ਦੇ ਵਿੱਚ ਹੀ ਮਖਮੂਰ ਹੋਏ ਨੇ। ਕਿਹੜੇ ਵੇਲੇ ਜਵਾਨੀ ਲੰਘ ਗਈ, ਕਿਹੜੇ ਵੇਲੇ ਆਈ, ਕਿਹੜੇ ਵੇਲੇ ਗੁਜ਼ਰ ਗਈ, ਪਤਾ ਹੀ ਨਹੀਂ ਲੱਗਾ। ਤੇ ਕਹਿੰਦੇ ਹੁਣ ਬੱਗ ਬਹਿਠੇ ਦਾ ਮਤਲਬ ਹੈ ਵੀ ਬਗਲੇ ਆ ਗਏ ਚਿੱਟੇ ਰੰਗ ਦੇ। ਇਹ ਤਾਂ ਬੰਦਾ ਭਾਵੇਂ ਉਦਾਂ ਮਰਜ਼ੀ ਜਿੰਨੇ ਮਰਜ਼ੀ ਕਾਲੇ ਕਰੇ ਵੀ ਫਿਰ ਇਹਨਾਂ ਨੂੰ ਕੁੰਜਾਂ ਬਣਾ ਲਵਾਂ ਬਗਲਿਆਂ ਨੂੰ। ਇਹਦਾ ਭਰਮ ਹੀ ਹੁੰਦਾ ਵੀ ਸ਼ਾਇਦ ਇਹਨੂੰ ਕਾਲੇ ਕੀਤਿਆਂ ਸ਼ਾਇਦ ਮੈਂ ਮੁੜ ਫਿਰ ਜਵਾਨ ਹੋ ਜਾਵਾਂਗਾ। ਜਿਹੜੀ ਤਨ ਦੀ ਵਾਹਿਗੁਰੂ ਪਰਮੇਸ਼ਰ ਨੇ ਬਣਤਰ ਬਣਾਈ ਹੈ ਨਾ, ਉਹ ਤਾਂ ਉਸੇ ਤਰ੍ਹਾਂ ਹੀ ਰਹਿਣੀ। ਹੈਰਾਨੀ ਹੁੰਦੀ ਹੈ ਜਦੋਂ 60-60 ਸਾਲ ਦੀ ਉਮਰ ਤੋਂ ਬਾਅਦ ਵੀ ਲੋਕ ਆਪਣੇ ਚਿਹਰਿਆਂ ਦੇ ਉੱਤੇ ਕੇਸਾਂ ਨੂੰ ਕਾਲਾ ਕਰਨ ਦਾ ਯਤਨ ਕਰਦੇ ਆ ਔਰ ਕਰਦੇ ਆ ਵੀ ਹੋਰ ਤੁਸੀਂ ਕਦੋਂ ਬੁੱਢੇ ਹੋਣਾ ਭਾਈ। 60 ਤੋਂ ਬਾਅਦ ਤਾਂ ਅੱਜ ਕੱਲ ਉਦਾਂ ਹੀ ਵਾਜੇ ਬੋਲ ਜਾਂਦੇ ਹਨ। ਜਿਹੜਾ ਮਹਾਰਾਜ ਜੀ ਨੇ ਕਿਹਾ ਨਾ ਵੀ 60 ਕਾ ਬੁਢੇਪਾ ਆਵੇ, ਅੱਜ ਕੱਲ ਤਾਂ 60 ਸਾਲ ਤਾਂ ਹੀ ਕੋਈ ਬਿਰਲਾ ਪਹੁੰਚਦਾ। ਤੋ ਇਹ ਬਜ਼ੁਰਗੀ ਹੈ। ਕਈਆਂ ਦੇ ਮਨਾਂ ਦੇ ਵਿੱਚ ਆ ਜਾਂਦਾ ਹੈ ਵੀ ਵੇਖੋ ਜੀ ਗਿਆਨੀ ਜੀ ਹੋਣੀ ਹੈ ਕਥਾ ਦੇ ਵਿੱਚ, ਅਸੀਂ ਤਾਂ ਕੇਸ ਕਾਲੇ ਕਰਦੇ ਹਾਂ, ਸ਼ਾਇਦ ਸਾਨੂੰ ਕਹਿੰਦੇ ਨੇ। ਇਹ ਗੁਰਬਾਣੀ ਕਹਿੰਦੀ ਆ, ਸਾਰਿਆਂ ਨੂੰ ਕਹਿੰਦੀ ਆ ਪਾਤਸ਼ਾਹ ਦੀ ਬਾਣੀ। ਤੇ ਜੋ ਕੁਦਰਤ ਦਾ ਨਿਯਮ ਹੈ ਉਹਦੇ ਤੋਂ ਤਾਂ ਅਸੀਂ ਉਲਟ ਨਹੀਂ ਨਾ ਚੱਲ ਸਕਦੇ। ਇੱਥੇ ਸਾਹਿਬ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਅੰਬਰ ਕੁੰਜਾਂ ਕੁਰਲੀਆਂ ਬੱਗ ਬਹਿਠੇ ਆਏ। ਉਹ ਜਿਹੜੇ ਕਾਲੇ ਰੰਗ ਦੀਆਂ ਕੁੰਜਾਂ ਸਮਾਨ ਕੇਸ ਸਨ ਉੱਡ ਗਏ। ਬੱਗ ਕਹੀਏ ਚਿੱਟੇ ਰੰਗ ਦੇ ਧੌਲੇ ਕੇਸ ਆ ਗਏ। ਸਾ ਧਨ ਚੱਲੀ ਸਹੁਰਾ ਕਿਆ ਮੋਹ ਦੇਸੀ ਅੱਗਾ ਜਾਏ ਜੀਓ। ਕਹਿੰਦੇ ਹੁਣ ਜਦੋਂ ਬੜੇਪਾ ਆ ਗਿਆ ਫਿਰ ਉਹ ਧਨ ਉਹ ਜੀਵ ਰੂਪੀ ਇਸਤਰੀ ਹੁਣ ਸਹੁਰੇ ਚੱਲੀ ਆਪਣੇ। ਪਰਲੋਕ ਸਰੀਰ ਤਿਆਗਣਾ ਨਾ, ਅਗਲੇ ਘਰ। ਕਹਿੰਦੇ ਸਹੁਰੇ ਚੱਲੀ ਐ। ਹੁਣ ਜਦੋਂ ਤੂੰ ਅੱਗੇ ਚੱਲੀ ਆ, ਜਦੋਂ ਕੁਝ ਕੀਤਾ ਹੀ ਨਹੀਂ ਇਸ ਮਾਤ ਲੋਕ ਦੀ ਧਰਤੀ ਤੇ ਸਹੁਰੇ ਗਈ ਆਪਣਾ ਕੀ ਮੂੰਹ ਵਿਖਾਏਗੀ ਉੱਥੇ। ਕਿਆ ਮੂੰਹ ਦੇਸੀ ਅੱਗਾ ਜਾਏ ਜੀਓ, ਅੱਗੇ ਕੀ ਮੂੰਹ ਵਿਖਾਏਗੀ ਭਾਈ, ਕੀ ਮੂੰਹ ਲੈ ਕੇ ਜਾਏਗੀ ਵੀ ਸਾਰੀ ਜ਼ਿੰਦਗੀ ਦੇ ਵਿੱਚ ਤੂੰ ਇਸ ਮਾਤ ਲੋਕ ਦੀ ਧਰਤੀ ਤੇ ਖੋਟੇ ਕਰਮ ਕਰਦੇ ਹੀ ਕੱਟ ਦਿੱਤੇ ਨੇ। ਹਾਂਜੀ। ਸੁਤੇ ਸੁਤੀ ਝਾਲ ਥੀਆ ਭੁੱਲੀ ਵਾਟੜੀ ਆਸ ਜਿਓ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਇਤਨੀ ਸੂਖਮ ਖੇਡ ਦੇ ਵਿੱਚ ਜਾ ਕੇ ਇਹਨੇ ਕਮਾਲ ਦੇ ਵਚਨ ਕਰ ਦਿੰਦੇ ਆ ਵੀ ਸੁਰਤ ਅਸਚਰਜ ਤੇ ਵਿਸਮਾਦ ਚ ਚਲੀ ਜਾਂਦੀ। ਕਹਿੰਦੇ ਸੁੱਤਿਆਂ ਸੁੱਤਿਆਂ ਝਾਲ ਦਾ ਮਤਲਬ ਹੁੰਦਾ ਵੀ ਸਵੇਰ ਦਾ ਦਿਨ ਚੜ ਗਿਆ। ਇੱਥੇ ਸੌਣਾ ਕਿਹੜਾ ਤੇ ਦਿਨ ਕਿਹੜਾ ਚੜ੍ਹਨਾ। ਸੁੱਤਿਆਂ ਦਾ ਭਾਵ ਹੁੰਦਾ ਵੀ ਦਿਨ ਜਿਹੜੀ ਜ਼ਿੰਦਗੀ ਰੂਪੀ ਰਾਤ ਹੈ ਉਹ ਸੁੱਤਿਆਂ ਲੰਘ ਗਈ, ਕਾਲ ਰੂਪੀ ਝਾਲ ਥੀਆ ਦਿਨ ਚੜ ਗਿਆ। ਜਦੋਂ ਕਾਲ ਰੂਪੀ ਦਿਨ ਚੜਿਆ ਹੁਣ ਰਾਹ ਭੁੱਲਿਆ ਹੋਇਆ ਵੀ ਕਿੱਥੇ ਜਾਵਾਂ। ਭੁੱਲੀ ਵਾਟੜੀ ਆਸ ਜਿਓ, ਰੱਬ ਤੋਂ ਭੁੱਲੀ ਹੋਈ ਇਹਨੂੰ ਰਾਹ ਸੋਚਦੀ ਆ ਵੀ ਮੈਂ ਤਾਂ ਭੁੱਲੀ ਹੋਈ ਹੁਣ ਕਿਹੜੇ ਰਾਹ ਤੇ ਜਾਵਾਂ। ਰਾਹ ਤਾਂ ਸਵਾਰਿਆ ਹੀ ਨਹੀਂ, ਸੁੱਤੇ ਪਿਆ ਸਾਰੀ ਰਾਤ ਜ਼ਿੰਦਗੀ ਦੀ ਕੱਟ ਦਿੱਤੀ। ਜਨਮ ਸਰਾਨੋ ਪੰਥ ਨਾ ਸਵਾਰਾ, ਹੁਣ ਉਹ ਕਿਹੜਾ ਰਾਹ, ਉਹ ਰਸਤਾ ਦਾ ਸਵਾਰਿਆ ਹੀ ਨਹੀਂ। ਹੁਣ ਕਿਹੜੇ ਰਾਹ ਤੇ ਜਾਵਾਂ, ਫਿਰ ਭਟਕਦੀ ਹੈ। ਤੈਸੈ ਨਾਲੋਂ ਮੁੱਤੀਅਸ ਦੁੱਖਾਂ ਕੂ ਤਰੀਆਸ ਜਿਓ। ਉਸ ਸਾਹਿਬ ਨਾਲੋਂ ਮੁੱਤੀ ਅਸ ਦਾ ਮਤਲਬ ਹੁੰਦਾ ਵਿਛੜੀ ਹੋਈ। ਉਸ ਸਾਹਿਬ ਨਾਲੋਂ ਰੱਬ ਨਾਲੋਂ ਵਿਛੜੀ ਹੋਈ ਨੂੰ ਕਹਿੰਦੇ ਹੁਣ ਦੁੱਖ ਹੀ ਦੁੱਖ ਘੇਰਦੇ ਨੇ। ਤੇ ਜਦੋਂ ਦੁੱਖ ਹੀ ਆ ਕੇ ਘੇਰਨ ਤੇ ਹੁਣ ਕਿਸ ਦੀ ਆਸ ਧਰੇ। ਫਿਰ ਦੁੱਖ ਹੀ ਧਾਰਨ ਕਰਨ ਨੂੰ ਮਿਲਦੇ ਆ।
जद उस साहब तो विछड़ी हुई आ, अकाल पुरख तो विछड़ी हुई नूं किथे सुख मिलने आ। कहंदे फिर दुख ही इहनूं धारण करने पैंदे हन। तुद गुण मैं सब अवगणा, एक नानक की अरदास जियो। कहंदे अरदास करो अकाल पुरख दे चरनां च, हे वाहिगुरू तेरे च सारे गुण ही गुण ने, ते दुनिया दे जिन्ने अवगण ने वो मेरे विच ने। तू सारे गुणा दा मालक है ते मैं सारे अवगणा दा मालक हां। मैं भी मालक ही हां पर मैं अवगणा दा हां। तू गुणा दा मालक है, तेरे च बेअंत ही गुण ने। मेरी एक अरदास हे अकाल पुरख वाहिगुरू जी तुहाडे चरनां विच है। सब राती सुहागणी, मैं दुहागण काई रात जियो। ਜਿਹੜੀਆਂ ਸੁਹਾਗਣਾ ਨੇ ਤੁਹਾਡੇ ਰੰਗ ਵਿੱਚ ਰੰਗੀਆਂ ਹੋਈਆਂ, ਉਹਨਾਂ ਦੀਆਂ ਸਾਰੀਆਂ ਰਾਤਾਂ ਸੁਹਾਵਣੀਆਂ ਤੇ ਸੁਖਦਾਈ ਨੇ, ਸਫਲੀਆਂ ਨੇ। ਮੈਂ ਦੁਹਾਗਣ ਦੀ ਇਹ ਜ਼ਿੰਦਗੀ ਰੂਪੀ ਰਾਤ ਕਾਹਦੀ ਰਾਤ ਹੈ, ਨਕੰਮੀ। ਮੈਂ ਦੁਹਾਗਣੀ ਦੀ ਇਹ ਜ਼ਿੰਦਗੀ ਰੂਪੀ ਰਾਤ ਕਾਹਦੀ ਰਾਤ ਹੈ। हे ਸਾਹਿਬ ਜੇ ਤੂੰ ਤਰਸ ਕਰੇ, ਦਇਆ ਕਰੇ ਤੇ ਮੇਰੀ ਇਹ ਰਾਤ ਵੀ ਸੁਹਾਵਣੀ ਹੋ ਜਾਏ, यानी कि मेरी ये जिंदगी सफल हो जाए। हे दातिया मेरी ये अरदास अपने चरनां च प्रवान कर लो। दुहागणी दी काहदी रात जिंदगी दी, ते जे तू तरस कर दे दातिया, ते जिवें सुहागणा दी रात सुखदाई है ना, रब दे प्यारियां दी जिंदगी सुखदाई सफली है, इदा मेरी भी जिंदगी दी रात सफली ते सकारथी हो जाए। एक कुचज्जी ना सिरलेख थले महाराज जी ने शब्द उचारिया। अगे गुरदेव सुचज्जी सिरलेख दे थले शब्द उचारदे ने। गुरु साहब कृपा करन अगलियां प्रकरणां च विचारांगे। गुरु की बाणी अगाध बोध है, विचारां करदियां होईयां भुल्लां चुक्कां दी खिमा। धन श्री गुरु अमरदास तीसरे पातशाह जी महाराज जी दे पावन पवित्र प्रकाश गुरपुरब दियां एक बार फिर गुरु कीਆਂ साजियां नवाजियां संगतां नूं लख लख बधाइयां होवण जी। तेरी उपमा तोहे बन आवे, 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 तेरी उपमा तोहे बन। भले अमरदास गुण तेरे, 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 तेरी उपमा तोहे बन आवे, तेरी उपमा तोहे बन आवे, तेरी उपमा तोहे बन आवे, तेरी उपमा तोहे बन आवे। वाहिगुरु वाहे गुरु, वाहिगुरु वाहे गुरु।